बोर्ड के इम्तिहान 2021 ਵਿੱਚ ਵਧੀਆ ਜਵਾਬ ਕਿਵੇਂ ਲਿਖਣਾ ਹੈ ਤਾਂ ਜੋ 10ਵੀਂ ਅਤੇ 12ਵੀਂ ਵਾਲੇ ਵਿਦਿਆਰਥੀ ਪੱਕਾ ਪਾਸ ਹੋ ਸਕਣ ਅਤੇ ਉਹਨਾਂ ਨੂੰ ਕੋਈ ਵੀ ਫੇਲ ਨਾ ਕਰ ਪਾਵੇ। ਅਗਰ ਬੋਰਡ ਦੇ ਚੇਅਰਮੈਨ ਵੀ ਪੇਪਰ ਚੈੱਕ ਕਰਨਗੇ ਤਾਂ ਉਹ ਵੀ ਮਜਬੂਰ ਹੋ ਜਾਣਗੇ ਤੁਹਾਨੂੰ ਪਾਸ ਕਰਨ ਨੂੰ ਤੇ ਫੇਲ ਕਰਨ ਦਾ ਕੋਈ ਵੀ ਗੁੰਜਾਇਸ਼ ਨਹੀਂ ਰਹੇਗੀ। ਤਾਂ ਦੋਸਤੋ ਕੁਝ ਐਗਜ਼ਾਮ ਟਿਪਸ ਦੱਸਾਂਗੇ ਜੋ ਕਿ ਤੁਸੀਂ ਫੋਲੋ ਕਰਨੀਆਂ ਨੇ, ਪੇਪਰ ਕਰਨ ਦੇ ਵਕਤ ਯਾਦ ਰੱਖਣੀਆਂ ਨੇ, ਠੀਕ ਹੈ ਜੀ। ਤਾਂ ਦੋਸਤੋ ਇਹ ਹੈਗੀਆਂ ਨੇ, ਭਾਵੇਂ ਦੋਸਤੋ ਤੁਸੀਂ ਪ੍ਰੀਖਿਆ ਦੀ ਕਿੰਨੀ ਵੀ ਚੰਗੀ ਤਿਆਰੀ ਕਰ ਲਓ, ਠੀਕ ਹੈ, ਪਰ ਦੋਸਤੋ ਜੇ ਤੁਸੀਂ ਆਪਣੀ ਜਿਹੜੀ ਸਾਰੀ ਜਾਣਕਾਰੀ ਹੈ, ਠੀਕ ਹੈ ਜੀ, ਜੋ ਕਿ ਤੁਸੀਂ ਯਾਦ ਕਰਕੇ ਗਏ ਹੋ, ਅਗਰ ਉਸ ਨੂੰ ਆਪਣੀ ਤੁਸੀਂ ਉੱਤਰ ਸ਼ੀਟ ਤੇ ਸਹੀ ਅੰਗ ਨਾਲ ਲਗਾਉਣ ਦੇ ਯੋਗ ਨਹੀਂ ਹੋ ਤਾਂ ਦੋਸਤੋ ਤੁਹਾਡੀ ਜਿਹੜੀ ਸਾਰੀ, ਠੀਕ ਹੈ ਜੀ, ਮਿਹਨਤ ਆ ਉਹ ਵਿਅਰਥ ਚਲੀ ਜਾਂਦੀ ਆ, ਠੀਕ ਹੈ ਜੀ। ਦਰਅਸਲ ਦੋਸਤੋ ਹੁੰਦਾ ਕੀ ਆ, ਇਹ ਇੱਕ ਚੰਗੀ ਤਰ੍ਹਾਂ ਵੇਖਿਆ ਗਿਆ ਤੱਥ ਹੈ, ਠੀਕ ਹੈ ਜੀ। ਜਿਵੇਂ ਕਿ ਦੋਸਤੋ ਹੁਣ ਵਿਦਿਆਰਥੀ ਅਕਸਰ ਦੋਸਤੋ ਕੀ ਕਰਦੇ ਆ, ਪ੍ਰੀਖਿਆ ਹਾਲ ਵਿੱਚ ਬੈਠ ਕੇ ਨਾ ਘਬਰਾਉਂਦੇ ਆ ਅਤੇ ਚਿੰਤਿਤ ਹੋ ਜਾਂਦੇ ਆ, ਠੀਕ ਹੈ ਜੀ। ਦਬਾਅ ਇੰਨਾ ਜ਼ਿਆਦਾ ਹੁੰਦਾ ਵਾ ਕਿ ਉਹ ਸਾਰਾ ਕੁਝ ਭੁੱਲ ਜਾਂਦੇ ਨੇ, ਠੀਕ ਹੈ ਜੀ, ਜੋ ਉਹਨਾਂ ਨੇ ਪ੍ਰੀਖਿਆ ਦੇ ਤਿਆਰੀਆਂ ਦੌਰਾਨ ਸਿੱਖਿਆ ਸੀਗਾ, ਠੀਕ ਹੈ ਜੀ। ਹਾਲਾਂਕਿ ਦੋਸਤੋ ਇਹ ਸਾਰੀਆਂ ਵਿੱਚ ਕੁਦਰਤੀ ਹੈ, ਠੀਕ ਹੈ ਜੀ, ਤੁਸੀਂ ਇਕੱਲੇ ਨਹੀਂ ਹੈਗੇ ਕਿ ਮੇਰੇ ਨਾਲ ਹੀ ਹੁੰਦਾ, ਇਹ ਸਾਰਿਆਂ ਨਾਲ ਹੁੰਦਾ, ਠੀਕ ਹੈ ਜੀ। ਕੋਈ ਨਵੀਂ ਗੱਲ ਨਹੀਂ ਹੈਗੀ ਕਿਸੇ ਵਿਦਿਆਰਥੀ ਦੇ ਲਈ, ਇਹ ਸਾਰਿਆਂ ਨਾਲ ਹੁੰਦਾ, ਠੀਕ ਹੈ ਜੀ। ਤੇ ਦੋਸਤੋ ਪਰ ਇਮਤਿਹਾਨ ਹਾਲ ਵਿੱਚ, ठीक है जी, बैठ के अपना पेपर लिखण वेले कुछ लाभदायक सुझावां ਦੀ ਪਾਲਣਾ ਕਰਕੇ ਸਥਿਤੀ ਨੂੰ ਸੌਖਾ ਬਣਾਇਆ ਜਾ ਸਕਦਾ ਹੈ ਤੇ ਇਹੀ ਲਾਭਦਾਇਕ ਸੁਝਾਵਾਂ ਦੋਸਤੋ ਤੁਹਾਨੂੰ ਦੱਸਾਂਗੇ ਤਾਂ ਜੋ ਦੋਸਤੋ ਤੁਸੀਂ ਪਾਸ ਹੋ ਸਕੋ ਤੇ ਤੁਸੀਂ ਫੇਲ ਨਾ ਹੋਵੋ, ਠੀਕ ਹੈ ਜੀ, ਵਧੀਆ ਮਾਰਕਸ ਲੈ ਕੇ ਪਾਸ ਹੋਵੋ। ਤਾਂ ਇੱਥੇ ਦੋਸਤੋ ਅਸੀਂ ਕੁਝ ਤੁਹਾਨੂੰ ਸੁਝਾਅ ਦੱਸਾਂਗੇ, ਠੀਕ ਹੈ ਜੀ, ਤੇ ਰਣਨੀਤੀਆਂ ਦੱਸਾਂਗੇ, ਠੀਕ ਹੈ ਜੀ, ਉਹਨਾਂ ਤੇ ਨਜ਼ਰ ਮਾਰਾਂਗੇ, ਤੁਹਾਡੀ ਪ੍ਰੀਖਿਆ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਨ ਅਤੇ ਕੋਸ਼ਿਸ਼ ਕਰਨ ਵਿੱਚ ਤੁਹਾਡੀ ਮਦਦ ਕਰਨਗੇ, ਠੀਕ ਹੈ ਜੀ। ਤਾਂ ਦੋਸਤੋ ਮੈਂ ਤੁਹਾਨੂੰ 9 ਪੁਆਇੰਟਸ ਦੱਸੂਗਾ, ਠੀਕ ਹੈ ਜੀ, ਜੋ ਕਿ ਤੁਸੀਂ ਚੇਤੇ ਰੱਖਣੀਆਂ ਨੇ। ਤੇ ਆਪਾਂ ਪਹਿਲਾ ਪੁਆਇੰਟ ਪੜ੍ਹਦੇ ਹਾਂ ਦੋਸਤੋ। ਤਾਂ ਦੋਸਤੋ ਪਹਿਲੇ ਪੁਆਇੰਟ ਦੇ ਵਿੱਚ ਕੀ ਲਿਖਿਆ ਹੋਇਆ ਕਿ ਵਾਧੂ 15 ਮਿੰਟ ਦੀ ਸਹੀ ਵਰਤੋਂ ਕਰੋ, ਠੀਕ ਹੈ ਜੀ। ਜਿਵੇਂ ਕਿ ਦੋਸਤੋ 3 ਘੰਟੇ ਦਾ ਪੇਪਰ ਹੁੰਦਾ ਤਾਂ ਦੋਸਤੋ 3 ਘੰਟੇ ਤੋਂ ਇਲਾਵਾ ਤੁਹਾਨੂੰ 15 ਮਿੰਟ ਸ਼ੁਰੂ ਦੇ ਵਿੱਚ ਪਹਿਲਾਂ ਐਕਸਟਰਾ ਦਿੱਤਾ ਜਾਂਦਾ ਵਾ ਤਾਂ ਜੋ ਦੋਸਤੋ ਤੁਸੀਂ ਆਪਣੀ ਜਿਹੜੀ क्वेश्चन पेपर देख सको तो नेम वगैरह रोल नंबर वगैरह लिख सको। तो दोस्तों देखो तुसी अपने जिहड़े 15 मिनट का यूज़ किस तरह करना वा। तो दोस्तों देखो लगभग दोस्तों सारे स्कूल बोर्ड ने विद्यार्थियों दियां ਪ੍ਰੀਖਿਆ लिखण तो पहला, ठीक है जी, बोर्ड ਪ੍ਰੀਖਿਆਵਾਂ ਲਈ 15 मिनट एडिशनल ਦੇ ਵਿੱਚ ਦਿੰਦੇ ਨੇ, ठीक है जी। ਧਾਰਨਾ ਦੇਸ਼ ਪੇਸ਼ ਕੀਤੀ ਹੈ, ठीक है जी। ਇਹ ਵਾਧੂ ਸਮਾਂ ਵਿਦਿਆਰਥੀਆਂ ਨੂੰ ਪ੍ਰਸ਼ਨਾਂ ਨੂੰ ਸਹੀ ਢੰਗ ਨਾਲ, ठीक है जी, ਪੜ੍ਹਨ ਵਿੱਚ ਅਤੇ ਉਹਨਾਂ ਦੇ ਦਿਮਾਗ ਵਿੱਚ ਇੱਕ ਯੋਜਨਾ ਦਾ ਖਰੜਾ ਤਿਆਰ ਕਰਨ ਲਈ ਪ੍ਰਦਾਨ ਕੀਤਾ ਜਾਂਦਾ ਹੈ, ਠੀਕ ਹੈ ਜੀ। ਤੇ ਉਹ ਘਬਰਾਏ ਬਿਨਾਂ ਕਾਗਜ਼ ਨੂੰ ਸਹੀ ਤਰ੍ਹਾਂ ਕਿਵੇਂ ਹੱਲ ਕਰਨਗੇ, ਇਸ ਲਈ ਦੋਸਤੋ ਵਿਦਿਆਰਥੀਆਂ ਨੂੰ ਆਪਣੀ ਪ੍ਰੀਖਿਆ ਨੂੰ ਸੁਚਾਰੂ ਅਤੇ ਸਹੀ ਢੰਗ ਨਾਲ ਲਿਖਣ ਦੀ ਰਣਨੀਤੀ ਬਣਾਉਣ ਲਈ ਇਹ 15 ਮਿੰਟਾਂ ਦਾ ਬਹੁਤ ਧਿਆਨ ਨਾਲ ਵਰਤੋਂ ਕਰਨੀ ਚਾਹੀਦੀ ਹੈ, ਠੀਕ ਹੈ ਜੀ। क्वेश्चन पेपर पढ़ो, नेम वगैरह लिख लो अपना, ठीक है जी, आंसर शीट ते सारा कुछ दोस्तों ओके कर लो 15 मिनट ਦੇ ਵਿੱਚ, ठीक है जी। नेम रोल नंबर ਤੇ ਪ੍ਰਸ਼ਨ ਪੱਤਰ ਨੂੰ ਪੜ੍ਹ ਲਓ, ਹਾਂ ਬਈ ਮੈਨੂੰ ਇਹ ਪ੍ਰਸ਼ਨ ਆਉਂਦੇ ਆ, ਇਹ ਸਾਰਾ ਕੁਝ ਦੋਸਤੋ ਤੁਸੀਂ ਪਹਿਲੇ 15 ਮਿੰਟ ਦੇ ਵਿੱਚ ਕਰ ਲੈਣਾ ਵਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਤੁਹਾਡਾ ਹੈਗਾ ਵਾ ਤਰਜੀਹ ਨਿਰਧਾਰਿਤ ਕਰਨਾ। ਉਹਨਾਂ ਪ੍ਰਸ਼ਨਾਂ ਦੀ ਸੂਚੀ ਬਣਾਓ ਜਿਨ੍ਹਾਂ ਬਾਰੇ ਦੋਸਤੋ ਤੁਸੀਂ ਵਧੇਰੇ ਭਰੋਸਾ ਰੱਖਦੇ ਹੋ, ਠੀਕ ਹੈ ਜੀ। ਪ੍ਰਸ਼ਨ ਪੱਤਰ ਵਿੱਚ ਉੱਤਰਾਂ ਨੂੰ ਉਸ ਤਰਤੀਬ ਵਿੱਚ ਲਿਖਣਾ ਜ਼ਰੂਰੀ ਨਹੀਂ ਹੈ, ਠੀਕ ਹੈ ਜੀ। ਜਿਵੇਂ ਕਿ ਹੁਣ ਅਗਰ ਦੋਸਤੋ ਤੁਹਾਨੂੰ ਦੂਸਰਾ ਕੁਐਸਚਨ ਪਹਿਲੇ ਆਉਂਦਾ ਵਾ ਤਾਂ ਤੁਸੀਂ ਦੂਸਰਾ ਕੁਐਸਚਨ ਲਿਖ ਸਕਦੇ ਹੋ, ਜ਼ਰੂਰੀ ਨਹੀਂ ਕਿ ਪਹਿਲਾ ਵਾਲਾ ਪ੍ਰਸ਼ਨ ਹੀ ਤੁਸੀਂ ਲਿਖਣਾ ਵਾ। ਪਹਿਲਾ ਵਾਲਾ ਪ੍ਰਸ਼ਨ ਜਿਹੜਾ ਹੈਗਾ ਤੁਸੀਂ ਬਾਅਦ ਵਿੱਚ ਲਿਖਦੇ ਹੋ, ਪਹਿਲਾਂ ਅਗਰ ਦੋਸਤੋ ਤੁਹਾਨੂੰ ਦੂਸਰਾ ਪ੍ਰਸ਼ਨ ਆਉਂਦਾ ਤਾਂ ਦੂਸਰਾ ਵੀ ਤੁਸੀਂ ਪਹਿਲੇ ਨੰਬਰ ਤੇ ਲਿਖ ਸਕਦੇ ਹੋ, ਠੀਕ ਹੈ ਜੀ। ਨੰਬਰਿੰਗ ਦੂਸਰੇ ਦੀ ਪਾ ਕੇ, ਜਿਵੇਂ ਕਿ 2 ਨੰਬਰ ਪਾ ਕੇ 2 ਦਾ ਆਨਸਰ ਪਾ ਕੇ ਦੋਸਤੋ ਤੁਸੀਂ ਆਨਸਰ ਲਿਖ ਸਕਦੇ ਹੋ, ਠੀਕ ਹੈ ਜੀ। ਇਹੀ ਗੱਲ ਕਹੀ ਹੋਈ ਇੱਥੇ। ਤੇ ਦੋਸਤੋ ਇਸ ਤੋਂ ਬਾਅਦ ਲਿਖਿਆ ਹੋਇਆ ਵਾ ਕਿ ਇਹ ਤੁਹਾਨੂੰ ਵਿਸ਼ਵਾਸ ਹਾਸਲ ਕਰਨ ਵਿੱਚ ਸਹਾਇਤਾ ਕਰੇਗਾ, ਠੀਕ ਹੈ ਜੀ। ਤੁਹਾਡਾ ਕੌਨਫੀਡੈਂਸ ਹਾਈ ਹੋ ਜਾਵੇਗਾ ਕਿ ਹਾਂ ਬਈ ਮੈਂ ਤਾਂ ਸਹੀ ਆਨਸਰ ਲਿਖਿਆ ਵਾ। ਤੇ ਉਸ ਤੋਂ ਬਾਅਦ ਦੋਸਤੋ ਜਿਵੇਂ ਜਿਵੇਂ ਤੁਸੀਂ ਪੇਪਰ ਕਰੋਗੇ ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਆ ਉਹ ਹਾਈ ਹੁੰਦੇ ਰਹੇਗਾ ਤੇ ਹੋਰ ਪ੍ਰਸ਼ਨਾਂ ਦੇ ਜਵਾਬ ਬਾਰੇ ਸੋਚਣ ਵਿੱਚ ਤੁਹਾਡੇ ਲਈ ਕਾਫੀ ਸਮਾਂ ਕੱਢਣ ਵਿੱਚ ਸਹਾਇਤਾ ਕਰੇਗੀ ਜੋ ਤੁਹਾਡੇ ਦਿਮਾਗ ਵਿੱਚ ਮਤਲਬ ਧੁੰਦਲਾ ਹੋਈ ਜਾ ਰਹੀ ਹੈ, ਠੀਕ ਹੈ ਜੀ, ਤੇ ਸਮਝ ਨਹੀਂ ਆ ਰਿਹਾ ਕਿ ਇਸ ਨੂੰ ਕਿਵੇਂ ਲਿਖਾਂਗੇ। ਤਾਂ ਉਸ ਦੇ ਜਿਹੜੇ ਧੁੰਦਲੇ ਹੋਏ ਜਿਹੜੇ ਜਵਾਬ ਨੇ ਤੁਸੀਂ ਉਹਨਾਂ ਦਾ ਆਪਣਾ ਮਾਈਂਡ ਦੇ ਵਿੱਚ ਆਪਣਾ ਰੀਫਰੈਸ਼ ਕਰ ਲਓਗੇ ਉਹਨੇ ਦੇਰ ਵਿੱਚ, ਠੀਕ ਹੈ ਜੀ। ਤੇ ਬਿੰਦੂ ਜਵਾਬਾਂ ਲਈ ਇੱਕ ਸੰਖੇਪ ਲਿਖੋ, ਠੀਕ ਹੈ ਜੀ। ਜਿਵੇਂ ਕਿ ਇੱਕ ਪ੍ਰਸ਼ਨ ਧਿਆਨ ਨਾਲ ਪੜ੍ਹੋ, ਠੀਕ ਹੈ ਜੀ, ਅਤੇ ਪ੍ਰਸ਼ਨਾਂ ਦੀ ਜਿਹੜੀ ਸਮਝ ਆ, ਠੀਕ ਹੈ ਜੀ, ਉਸ ਨੂੰ ਸਮਝੋ ਅਤੇ ਆਪਣੇ ਜਵਾਬ ਨੂੰ ਲੋੜ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ ਜੀ। ਕੁਝ ਬਾਰੇ ਦੱਸਦੇ ਹੋਏ ਵੱਡੇ ਪੈਰੇ ਲਿਖਣ ਤੋਂ ਬਚੋ, ਠੀਕ ਹੈ ਜੀ। ਹੁਣ ਜਿਹੜਾ ਤੁਹਾਡੇ ਤੋਂ ਪੁੱਛਿਆ ਗਿਆ ਨਾ ਉਹੀ ਲਿਖੋ, ਫालतू ਦੀ ਚੀਜ਼ਾਂ ਨਾ ਲਿਖੋ, ਠੀਕ ਹੈ ਜੀ, ਤਾਂ ਜੋ ਸਮਝਣ ਦੀ ਜ਼ਰੂਰਤ ਨਹੀਂ ਹੈ ਜਾਂ ਇਸ ਬਾਰੇ ਪੁੱਛਿਆ ਵੀ ਨਹੀਂ ਗਿਆ। ਆਪਣੇ ਜਵਾਬਾਂ ਨੂੰ ਸਹੀ ਰੱਖੋ। ਜਿਵੇਂ ਕਿ ਉਦਾਹਰਣ ਦੋਸਤੋ ਦੇਖੋ, ਜੇ ਤੁਹਾਨੂੰ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਮਿੱਟੀ ਦੇ ਕੱਟਣ ਦੀ ਪਰਿਭਾਸ਼ਾ ਕਰੋ ਤਾਂ ਤੁਹਾਨੂੰ ਮਿੱਟੀ ਦੀ ਪਰਿਭਾਸ਼ਾ ਲਿਖਣੀ ਲਈ ਕਿਹਾ ਜਾਂਦਾ ਹੈ, ਨਾ ਕਿ ਇਸ ਦੇ, ਠੀਕ ਹੈ ਜੀ, ਕਾਰਨ ਪ੍ਰਭਾਵ। ਜੋ ਜ਼ਿਆਦਾਤਰ ਵਿਦਿਆਰਥੀ ਆਪਣੇ ਜਵਾਬ ਨੂੰ ਲੰਬਾ ਬਣਾਉਣ ਲਈ ਲਿਖਦੇ ਹਨ ਇਹ ਤੁਸੀਂ ਨਹੀਂ ਲਿਖਣਾ। ਜੋ ਪੁੱਛਿਆ ਗਿਆ ਦੋਸਤੋ ਉਹੀ ਲਿਖੋ, ਕਾਰਨ ਦੇ ਪ੍ਰਭਾਵ ਨਾ ਲਿਖੋ। ਅਗਰ ਪਰਿਭਾਸ਼ਾ ਪੁੱਛੀ ਗਈ ਹੈ ਤਾਂ ਪਰਿਭਾਸ਼ਾ ਹੀ ਲਿਖੋ, ਅਗਰ ਕਾਰਨ ਪੁੱਛਿਆ ਗਿਆ ਤਾਂ ਕਾਰਨ ਲਿਖੋ, ਪ੍ਰਭਾਵ ਪੁੱਛਿਆ ਤਾਂ ਪ੍ਰਭਾਵ ਪੁੱਛੋ, ਜੇ ਮੀਨਿੰਗ ਲਿਖਿਆ ਤਾਂ ਮੀਨਿੰਗ ਲਿਖੋ ਦੋਸਤੋ। ਫालतू ਦੀ ਚੀਜ਼ਾਂ ਉਹਦੇ ਨਾਲ ਐਡੀਸ਼ਨਲ ਐਡ ਨਾ ਕਰੋ, ਠੀਕ ਹੈ ਜੀ। ਤਾਂ ਦੋਸਤੋ
ਕਿਉਂਕਿ ਦੋਸਤੋ ਉਹ ਵਿਸ਼ਵਾਸ ਕਰਦੇ ਨੇ, ਠੀਕ ਹੈ ਜੀ, ਜਵਾਬ ਜਿੰਨਾ ਜ਼ਿਆਦਾ ਇਹ ਸਕੋਰ ਕਰੇਗਾ, ਠੀਕ ਹੈ ਜੀ, ਜਿੰਨੇ ਕਿ ਅਗਰ ਤੁਸੀਂ ਜਿੰਨਾ ਜ਼ਿਆਦਾ ਲਿਖੋਗੇ ਉਨੇ ਜ਼ਿਆਦਾ ਸਕੋਰ ਆਣਗੇ, ਇਹ ਵਿਦਿਆਰਥੀ ਸੋਚਦੇ ਆ, ਜੋ ਕਿ ਬਿਲਕੁਲ ਵੀ ਗਲਤ ਧਾਰਨਾ ਵਾ, ਠੀਕ ਹੈ ਜੀ, ਬਿਲਕੁਲ ਹੀ ਗਲਤ ਧਾਰਨਾ ਵਾ ਕਿ ਅਸੀਂ ਜਵਾਬ ਵੱਡਾ ਲਿਖਾਂਗੇ ਤਾਂ ਸਾਨੂੰ ਮਾਰਕਸ ਜ਼ਿਆਦਾ ਮਿਲਣਗੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜਿਹੜੇ ਟੀਚਰ ਹੁੰਦੇ ਆ ਦੋਸਤੋ, ਉਹ ਤੁਹਾਡਾ ਦੇਖਦੇ ਆ ਕਿ ਵਿਦਿਆਰਥੀ ਨੇ ਲਿਖਿਆ ਕੀ ਆ, ਐਕਚੁਅਲ ਦੇ ਵਿੱਚ ਲਿਖਿਆ ਕੀ ਆ, ਸਹੀ ਲਿਖਿਆ ਤਾਂ ਹੀ ਮਾਰਕਸ ਮਿਲਦੇ ਆ। ਐਵੇਂ ਨਹੀਂ ਕਿ ਤੁਸੀਂ ਫਜ਼ੂਲ ਦੇ ਵਿੱਚ ਕੁਝ ਵੀ ਲਿਖ ਦੋਗੇ। ਪਰ ਇਹ ਬਿਲਕੁਲ ਹੀ ਬੇਤੁਕਾ ਹੈ, ਜੋ ਕਿ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ ਇੱਥੇ, ਕਿਉਂਕਿ ਜਾਂਚ ਕਰਨ ਵਾਲਾ ਸਿਰਫ ਸਹੀ ਵਿਆਖਿਆ ਦੀ ਹੀ ਭਾਲ ਕਰਦਾ ਹੈ, ਪਰ ਕਹਾਣੀਆਂ ਨਹੀਂ, ਠੀਕ ਹੈ ਜੀ, ਇਹ ਦੱਸ ਚੁੱਕਿਆ ਤੁਹਾਨੂੰ। ਤੇ ਦੋਸਤੋ ਚੌਥਾ ਪੁਆਇੰਟ ਹੈਗਾ ਵਾ ਕਿ ਸਮਝਦਾਰੀ ਨਾਲ ਪ੍ਰਸ਼ਨਾਂ ਦੀ ਚੋਣ ਕਰੋ। ਆਮ ਤੌਰ ਤੇ ਦੋਸਤੋ ਕੀ ਦੇਖਿਆ ਗਿਆ ਵਾ ਕਿ ਪੇਪਰ ਵਿੱਚ ਕੁਝ ਪ੍ਰਸ਼ਨ ਅੰਦਰੂਨੀ ਚੋਣਾਂ ਦੇ ਨਾਲ ਪ੍ਰਦਾਨ ਕੀਤੇ ਜਾਂਦੇ ਨੇ, ਠੀਕ ਹੈ ਜੀ, ਆਪਸ਼ਨ ਵੀ ਆਉਂਦੇ ਹੁੰਦੇ ਆ ਤੁਹਾਨੂੰ ਪੇਪਰ ਦੇ ਵਿੱਚ ਪ੍ਰਸ਼ਨਾਂ ਦੇ ਵਿੱਚ, ਤਾਂ ਵਿਦਿਆਰਥੀ ਨੂੰ ਦੋਸਤੋ ਇਹਨਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪੈਂਦੀ ਹੈ, ਠੀਕ ਹੈ ਜੀ। ਪਰ ਦੋਸਤੋ ਜਿਹੜੇ ਇਹਨਾਂ ਵਿਕਲਪਾਂ ਵਾਲੀ ਮੁਸ਼ਕਲ ਗੱਲ ਇਹ ਹੈ ਕਿ ਵਿਦਿਆਰਥੀ ਅਕਸਰ ਆਪਣੀ ਜਿਹੜੀ ਪ੍ਰਵਿਰਤੀ ਤੇ ਫੈਸਲਾ ਲੈਂਦੇ ਹਨ ਕਿ ਪ੍ਰਸ਼ਨ ਦੀ ਕੋਸ਼ਿਸ਼ ਕਰਨੀ ਹੈ ਅਤੇ ਬਾਅਦ ਵਿੱਚ ਉਹ ਦੂਸਰੇ ਪ੍ਰਸ਼ਨ ਨੂੰ ਨਾ ਚੁਣਨ ਤੇ ਪਛਤਾਉਂਦੇ ਹਨ। ਜਿਵੇਂ ਕਿ ਦੋਸਤੋ ਤੁਸੀਂ ਸੋਚ ਰਹੇ ਸੀਗੇ ਕਿ ਇਹ ਪ੍ਰਸ਼ਨ ਕਰ ਲੈਣਾ, ਇਹ ਤਾਂ ਮੈਨੂੰ ਥੋੜਾ ਜਿਹਾ ਆਉਂਦਾ ਵਾ, ਪਰ ਦੋਸਤੋ ਬਾਅਦ ਵਿੱਚ ਤੁਸੀਂ ਉਸ ਨੂੰ ਅਗਰ ਸਿਲੈਕਟ ਕਰ ਲੈਂਦੇ ਹੋ, ਠੀਕ ਹੈ ਜੀ, ਤਾਂ ਫਿਰ ਤੁਸੀਂ ਸੋਚਦੇ ਹੋ ਕਿ ਨਹੀਂ ਯਾਰ ਉਹ ਕਰ ਲੈਂਦਾ, ਉਹ ਮੈਨੂੰ ਜ਼ਿਆਦਾ ਆਉਂਦਾ ਸੀਗਾ। ਤਾਂ ਇਸ ਤਰ੍ਹਾਂ ਦਾ ਦੋਸਤੋ ਨਹੀਂ ਹੋਣਾ ਚਾਹੀਦਾ। ਤੁਸੀਂ ਇੱਕ ਹੀ ਪ੍ਰਸ਼ਨ ਨੂੰ ਪਹਿਲਾਂ ਹੀ ਚੁਣੋ ਜੋ ਤੁਹਾਨੂੰ ਵਧੀਆ ਨਾਲ ਆਉਂਦਾ ਵਾ, ਠੀਕ ਹੈ ਜੀ, ਜਿਸ ਨੂੰ ਉਹ ਬਿਹਤਰ ਜਾਣਦੇ ਸਨ। ਇਹ ਜਲਦਬਾਜ਼ੀ ਕਰਕੇ ਹੁੰਦਾ ਵਾ, ਠੀਕ ਹੈ ਜੀ, ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲੈਣਾ ਹੈਗਾ ਦੋਸਤੋ। ਜੋ ਦੋਸਤੋ ਤੁਹਾਨੂੰ ਪਹਿਲਾ ਪ੍ਰਸ਼ਨ ਆਉਂਦਾ ਵਾ, ਠੀਕ ਹੈ ਜੀ, ਉਹੀ ਸਿਲੈਕਟ ਕਰ ਰਹੇ ਹੋ ਇੰਟਰਨਲ ਚੁਆਇਸ ਦੇ ਵਿੱਚ, ਠੀਕ ਹੈ ਜੀ। ਜਦੋਂ ਦੋਸਤੋ ਤੁਹਾਡੇ ਲਈ ਉਹ ਪ੍ਰਸ਼ਨ ਚੁਣਨ ਦੀ ਗੱਲ ਆਉਂਦੀ ਹੈ ਜਿਸ ਦੀ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹੋ, ਤਾਂ ਉਹ ਹਰ ਪ੍ਰਸ਼ਨ ਨੂੰ ਘੱਟੋ ਘੱਟ 2 ਵਾਰ ਧਿਆਨ ਨਾਲ ਪੜ੍ਹੋ, ਠੀਕ ਹੈ ਜੀ, ਅਤੇ ਫਿਰ ਇੱਕ ਮਾਨਸਿਕ ਤਸਵੀਰ ਬਣਾਓ ਕਿ ਤੁਹਾਨੂੰ ਹਰੇਕ ਕੇਸ ਵਿੱਚ ਕੀ ਲਿਖਣਾ ਹੈ, ਠੀਕ ਹੈ ਜੀ। ਜਿਵੇਂ ਕਿ ਕੋਈ ਪ੍ਰਸ਼ਨ ਪੁੱਛੇਗਾ, ਉਸ ਦੇ ਮਾਈਂਡ ਦੇ ਵਿੱਚ ਪਹਿਲਾਂ ਹੀ ਸੋਚ ਲਓ ਕਿ ਹਾਂ ਬਈ ਇਹਦਾ ਆਨਸਰ ਮੈਂ ਇਸ ਟਾਈਪ ਦਾ ਲਿਖੂੰਗਾ, ਠੀਕ ਹੈ ਜੀ। ਐਵੇਂ ਨਹੀਂ ਕਿ ਤੁਸੀਂ ਥੋੜਾ ਪਤਾ ਜੀ ਚਲੋ ਐਵੇਂ ਲਿਖ ਲਾਂਗੇ, ਐਵੇਂ ਫਿਰ ਗਲਤ ਹੋ ਜਾਂਦਾ, ਠੀਕ ਹੈ ਜੀ। ਜੋ ਦੋਸਤੋ ਕਨਸੈਪਟ ਪੂਰਾ ਕਲੀਅਰ ਹੁੰਦਾ, ਠੀਕ ਹੈ, ਜਿਸ ਟੌਪਿਕ ਬਾਰੇ ਅਤੇ ਉਸ ਅਕੋਰਡਿੰਗ ਦੋਸਤੋ ਪ੍ਰਸ਼ਨ ਆਇਆ ਤਾਂ ਉਸ ਨੂੰ ਲਿਖ ਲਵੋ ਤਾਂ ਜ਼ਿਆਦਾ ਬੈਟਰ ਹੈ, ਠੀਕ ਹੈ ਜੀ। ਤੇ ਇਸ ਤਰੀਕੇ ਨਾਲ ਦੋਸਤੋ ਤੁਸੀਂ ਖਾਸ ਪ੍ਰਸ਼ਨ ਬਾਰੇ ਆਪਣੇ ਗਿਆਨ ਦਾ ਮੁਲਾਂਕਣ ਕਰਨ ਦੇ ਯੋਗ ਹੋਵੋਗੇ ਅਤੇ ਕਿਸੇ ਸ਼ੰਕੇ ਦੂਰ ਕਰਨ ਦੀ ਤੁਹਾਡੀ ਮਦਦ ਕਰੋਗੇ, ਠੀਕ ਹੈ ਜੀ। ਤੇ ਦੋਸਤੋ ਅੱਗੇ 5ਵਾਂ ਪੁਆਇੰਟ ਹੈਗਾ ਕਿ ਸਾਰੇ ਪ੍ਰਸ਼ਨਾਂ ਦੀ ਕੋਸ਼ਿਸ਼ ਕਰੋ। ਅਸੀਂ ਜਾਣਦੇ ਹਾਂ ਕਿ ਬੋਰਡ ਪ੍ਰੀਖਿਆਵਾਂ ਵਿੱਚ ਗਲਤ ਜਵਾਬ ਲਈ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ, ਠੀਕ ਹੈ ਜੀ। ਅਗਰ ਤੁਸੀਂ ਕੋਈ ਗਲਤ ਆਨਸਰ ਦੇ ਦਿੰਦੇ ਹੋ ਤਾਂ ਉਹਦਾ ਦੋਸਤੋ ਨੈਗੇਟਿਵ ਮਾਰਕਿੰਗ, ਯਾਨੀ ਕਿ ਦੋਸਤੋ ਜੋ ਤੁਸੀਂ ਸਹੀ ਲਿਖਿਆ ਵਾ ਉਹਦਾ 1 ਨੰਬਰ ਘਟਾ ਦਿੱਤਾ ਜਾਂਦਾ ਵਾ, ਅਗਰ ਦੋਸਤੋ ਤੁਸੀਂ ਕੋਈ ਗਲਤ ਜਵਾਬ ਦੇ ਦਿੱਤਾ ਤਾਂ। ਇਸ ਤਰ੍ਹਾਂ ਦਾ ਨਹੀਂ ਹੁੰਦਾ ਵਾ ਤੁਹਾਡੇ ਤੇ, ਠੀਕ ਹੈ ਜੀ। ਇਸ ਲਈ ਦੋਸਤੋ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਨਾ ਡਰੋ ਜਿਸ ਬਾਰੇ ਦੋਸਤੋ ਤੁਸੀਂ ਉਲਝਣ ਵਿੱਚ ਹੋ, ਕਿਉਂਕਿ ਤੁਹਾਡੇ ਕੋਲ ਗਵਾਉਣ ਲਈ ਕੁਝ ਨਹੀਂ ਹੈ। ਪ੍ਰਸ਼ਨ ਨੂੰ ਬਹੁਤ ਧਿਆਨ ਨਾਲ ਪੜ੍ਹੋ, ਪ੍ਰਸ਼ਨ ਦੁਬਾਰਾ ਪੜ੍ਹੋ, ਪ੍ਰਸ਼ਨ ਦੀ ਸ਼ੈਲੀ ਨੂੰ ਸਮਝੋ, ਕੋਸ਼ਿਸ਼ ਕਰੋ ਅਤੇ ਇਹ ਕੀ ਮੰਗਦਾ ਹੈ, ਜੇ ਤੁਹਾਨੂੰ ਜਵਾਬ ਪਤਾ ਹੈ ਤਾਂ ਇਸ ਨੂੰ ਲਿਖੋ। ਤਾਂ ਦੋਸਤੋ ਦੇਖੋ ਕਈ ਵਿਦਿਆਰਥੀ ਹੁੰਦੇ ਆ ਸੋਚਦੇ ਆ ਕਿ ਬਈ ਇਹ ਪ੍ਰਸ਼ਨ ਤਾਂ ਮੈਨੂੰ ਆਉਂਦਾ ਹੀ ਨਹੀਂ, ਤਾਂ ਦੋਸਤੋ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਦੋਸਤੋ ਦੇਖੋ ਤੁਸੀਂ ਉਸ ਨੂੰ ਲਿਖ ਕੇ ਆਉਣਾ ਵਾ। ਵਿਦਿਆਰਥੀ ਕਈ ਵਾਰੀ ਕੀ ਕਰਦੇ ਆ ਕਿ ਛੱਡ ਦਿੰਦੇ ਆ ਪ੍ਰਸ਼ਨ, ਇਹ ਤਾਂ ਸਾਨੂੰ ਆਉਂਦਾ ਹੀ ਨਹੀਂ, ਛੱਡੋ ਰਹਿਣ ਦਿਓ। ਤਾਂ ਇਸ ਤਰ੍ਹਾਂ ਨਹੀਂ ਕਰਨਾ ਦੋਸਤੋ। ਬੋਰਡ ਦੇ ਪੇਪਰ ਵਿੱਚ ਚਲੋ ਨਹੀਂ ਆਉਂਦਾ ਤਾਂ ਕੋਸ਼ਿਸ਼ ਤਾਂ ਕਰੋ ਐਟਲੀਸਟ ਕਿ ਹਾਂ ਮੈਂ ਕੁਝ ਨਾ ਕੁਝ ਲਿਖਾਂ ਉਸ ਦੇ ਰਿਗਾਰਡਿੰਗ, ਠੀਕ ਹੈ ਜੀ। ਜੋ ਬਿਲਕੁਲ ਹੀ ਨਹੀਂ ਆਉਂਦਾ ਤਾਂ ਦੋਸਤੋ ਕੁਝ ਨਾ ਕੁਝ ਤਾਂ ਪੜ੍ਹਿਆ ਹੋਊਗਾ ਨਾ ਤੁਸੀਂ ਪੂਰੇ ਸਾਲ ਦੇ ਵਿੱਚ, ਕੁਝ ਨਾ ਕੁਝ ਉਸ ਟੌਪਿਕ ਦੇ ਰਿਗਾਰਡਿੰਗ, ਤਾਂ ਉਹ ਲਿਖੋ, ਠੀਕ ਹੈ ਜੀ। ਖਾਲੀ ਨਾ ਛੱਡੋ, ਕੋਈ ਵੀ ਸਾਰੇ ਪ੍ਰਸ਼ਨ ਅਟੈਂਪਟ ਕਰੋ, ਇੱਥੇ ਇਹੀ ਗੱਲ ਆ, ਠੀਕ ਹੈ ਜੀ। ਤੇ ਜੇ ਤੁਸੀਂ ਨਹੀਂ ਕਰਦੇ ਤਾਂ ਆਪਣੇ ਦਿਮਾਗ ਦੀ ਵਰਤੋਂ ਕਰੋ, ਠੀਕ ਹੈ ਜੀ। ਤਾਂ ਦੋਸਤੋ ਕਿਵੇਂ, ਮੈਂ ਦੱਸਦਾ ਦੋਸਤੋ ਤੁਹਾਨੂੰ, ਅਤੇ ਇੱਕ ਸਮਾਰਟ ਅੰਦਾਜ਼ਾ ਲਗਾਓ ਅਤੇ ਪ੍ਰੀਖਿਆ ਹਮੇਸ਼ਾ ਤਕਨੀਕੀ ਸ਼ਬਦਾਂ ਜਾਂ ਢੁਕਵੇਂ ਕੀਵਰਡ ਦੀ ਭਾਲ ਕਰਦੇ ਰਹਿੰਦੇ ਹਨ ਜਿੱਥੇ ਉਹ ਤੁਹਾਨੂੰ ਅੰਕ ਦੇ ਸਕਣ, ਠੀਕ ਹੈ ਜੀ। ਆਪਣੇ ਜਿਹੜੇ ਪ੍ਰਸ਼ਨਾਂ ਦੀ ਜਿਹੜੀ ਵਰਡਿੰਗ ਹੁੰਦੀ ਆ, ਆਨਸਰ ਦੀ ਜਿਹੜੀ ਵਰਡਿੰਗ ਹੁੰਦੀ ਆ, ਉਸ ਨੂੰ ਵਧੀਆ ਨਾਲ ਲਿਖੋ, ਠੀਕ ਹੈ ਜੀ, ਤਾਂ ਜੋ ਦੋਸਤੋ ਜਿਹੜੇ ਟੀਚਰ ਨੇ ਉਹ ਕਾਫੀ ਜ਼ਿਆਦਾ ਇੰਪ੍ਰੈਸ ਹੋ ਸਕਣ ਤੁਹਾਡੇ ਤੋਂ। ਜਿਹੜੀ ਵਰਡਿੰਗ ਦੀ ਸਟਾਈਲ ਆ, ਠੀਕ ਹੈ ਜੀ, ਕੋਈ ਗਲਤੀਆਂ ਨਾ ਕਰੋ। ਵਰਡਿੰਗ ਜਿਹੜੇ ਆਪਣੇ ਨਵੇਂ ਵਰਡ ਆਉਂਦੇ ਆ ਉਹਨੂੰ ਤਿਆਰ ਕਰੋ ਕਿ ਹਾਂ ਇਹਦਾ ਮਤਲਬ ਇਹ ਆ, ਠੀਕ ਹੈ ਜੀ। ਇਸ ਤਰ੍ਹਾਂ ਦਾ ਤੁਸੀਂ ਅਗਰ ਲਿਖ ਕੇ ਆਓਗੇ ਤਾਂ ਦੋਸਤੋ ਤੁਹਾਨੂੰ ਕੋਈ ਵੀ ਫੇਲ ਨਹੀਂ ਕਰ ਪਾਊਗਾ ਜੇ ਤੁਹਾਡੀ ਵਰਡਿੰਗ ਵਧੀਆ ਹੋ ਪੇਪਰ ਦੇ ਵਿੱਚ। ਤੇ ਦੋਸਤੋ ਕੁਝ ਨਾ ਕੁਝ ਜ਼ਰੂਰ ਲਿਖ ਕੇ ਆਓ। ਇਸ ਤਰ੍ਹਾਂ ਦਾ ਨਹੀਂ ਕਿ ਤੁਸੀਂ ਕੁਝ ਹੀ ਫਾਲਤੂ ਦੇ ਵਿੱਚ, ਉਸ ਦੇ ਰਿਗਾਰਡਿੰਗ ਅਗਰ ਤੁਸੀਂ ਕੁਝ ਵੀ ਲਿਖ ਸਕਦੇ ਹੋ ਜੇ ਦੋਸਤੋ ਤੁਹਾਨੂੰ ਨਹੀਂ ਆਉਂਦਾ ਕੁਝ, ਠੀਕ ਹੈ ਜੀ। ਜੇ ਆਉਂਦਾ ਤਾਂ ਦੋਸਤੋ ਫਿਰ ਤਾਂ ਰੈਲੀਵੈਂਟ ਹੀ ਲਿਖੋ, ਕੋਈ ਚੱਕਰ ਨਹੀਂ, ਠੀਕ ਹੈ ਜੀ। ਉੱਤਰ ਸ਼ੀਟ ਨੂੰ ਸਜਾਉਣ, 6ਵਾਂ ਪੁਆਇੰਟ, ਉੱਤਰ ਸ਼ੀਟ ਨੂੰ ਸਜਾਉਣ ਨਾ ਸਿਰਲੇਖ ਕਾਲੇ ਕਰੋ, ਠੀਕ ਹੈ ਜੀ। ਕਈ ਵਿਦਿਆਰਥੀ ਹੁੰਦੇ ਆ ਉੱਤਰ ਸ਼ੀਟ ਨੂੰ ਉਹਨੂੰ ਸਜਾਉਣ ਲੱਗ ਜਾਂਦੇ ਆ, ਠੀਕ ਹੈ ਜੀ, ਤਾਂ ਉਹ ਨਹੀਂ ਕਰਨਾ ਵਾ। ਬਾਕੀ ਦੋਸਤੋ ਜਿਹੜੇ ਮੇਨ ਪੁਆਇੰਟ ਨੇ, ਠੀਕ ਹੈ ਜੀ, ਉਹਨਾਂ ਨੂੰ ਤੁਸੀਂ ਕਾਲੇ ਕਰੋ, ਹੈਡਿੰਗ ਕਰ ਸਕਦੇ ਹੋ। ਬਹੁਤ ਸਾਰੇ ਵਿਦਿਆਰਥੀ ਦੋਸਤੋ ਵਿੱਚ ਇਹ ਚੰਗੀ ਤਰ੍ਹਾਂ ਵੇਖਿਆ ਜਾਂਦਾ ਹੈ ਕਿ ਉਹਨਾਂ ਨੂੰ ਨੀਲੇ ਅਤੇ ਹਰੇ ਅਤੇ ਕਾਲੇ ਰੰਗ ਦੇ ਪੁਆਇੰਟਰ ਜਾਂ ਮਾਰਕਰਾਂ ਨੂੰ ਸਿਰਲੇਖਾਂ ਲਈ ਅਤੇ ਉਹਨਾਂ ਵਿੱਚ ਹਰੇਕ ਨੂੰ ਰੇਖਾ ਲਗਾ ਕੇ ਰੰਗੀਨ ਢੰਗ ਨਾਲ ਆਪਣੇ ਪ੍ਰਸ਼ਨ ਪੱਤਰ ਨੂੰ, ਠੀਕ ਹੈ ਜੀ, ਕੋਸ਼ਿਸ਼ ਕਰਨ ਦੀ ਆਦਤ ਹੈ, ਠੀਕ ਹੈ ਜੀ। ਤਾਂ ਇਹ ਸਜਾਵਟੀ ਕੰਮ ਕਰਨਾ ਅਤੇ ਕਿਤੇ ਵੀ ਤੁਹਾਨੂੰ ਕੋਈ ਵਾਧੂ ਅੰਕ ਪ੍ਰਾਪਤ
ਕਰਨ ਵਾਲਾ ਨਹੀਂ ਹੈ, ਪਰ ਇਹ ਉਹ ਹੈ ਕਿ ਅਨਮੋਲ ਸਮਾਂ ਜ਼ਰੂਰ ਕੱਢ ਲਵੇਗਾ ਜੋ ਤੁਸੀਂ ਸੋਚਣ ਅਤੇ ਉਹ ਪ੍ਰਸ਼ਨਾਂ ਦੇ ਉੱਤਰ ਵਿੱਚ ਲਿਖਣ ਲਈ ਇਸਤੇਮਾਲ ਕਰ ਸਕਦੇ ਹੋ। ਠੀਕ ਹੈ ਜੀ, ਜੋ ਦੋਸਤੋ ਤੁਸੀਂ ਅੰਤ ਲਈ ਛੱਡੇ ਗਏ ਸੀ, ਠੀਕ ਹੈ ਜੀ, ਸਿਰਫ 2 ਕਲਮਾਂ ਦੀ ਵਰਤੋਂ ਕਰ ਕ੍ਰਾਸ ਟੈਕਸਟ ਲਿਖਣ ਲਈ ਨੀਲੀ ਕਲਮ ਜਾਂ ਅਤੇ ਸਿਰਲੇਖਾਂ ਲਈ ਇੱਕ ਕਾਲਾ ਚਿੱਤਰ ਬਣਾਓ। ਠੀਕ ਹੈ ਜੀ, ਤੁਹਾਨੂੰ ਹਮੇਸ਼ਾ ਪੈਨਸਿਲ ਦੀ ਵਰਤੋਂ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਤੇ ਜਿਵੇਂ ਕਿ ਦੋਸਤੋ ਕੋਈ ਮੇਨ ਪੁਆਇੰਟ ਆ ਤਾਂ ਉਸ ਨੂੰ ਤੁਸੀਂ ਇਸ ਤਰ੍ਹਾਂ ਅੰਡਰਲਾਈਨ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਜੋ ਦੋਸਤੋ ਜਿਹੜਾ ਐਗਜ਼ਾਮੀਨਰ ਆ ਉਹਨਾਂ ਤੇ ਸਿੱਧਾ ਉਹਨਾਂ ਤੇ ਹੀ ਪ੍ਰਭਾਵ ਪਵੇ ਤੇ ਉਹਨਾਂ ਦੀ ਨਿਗਾਹ ਉਹਦੇ ਵਿੱਚ ਜਾਵੇ। ਠੀਕ ਹੈ ਜੀ, ਇਹ ਤੁਹਾਡੀ ਉੱਤਰ ਸ਼ੀਟ ਨੂੰ ਸਾਦਾ ਰੱਖੇਗੀ ਅਤੇ ਤੁਹਾਨੂੰ ਹੋਰ ਲਿਖਣ ਲਈ ਵੀ ਸਮਾਂ ਦੇਵੇਗੀ। ਠੀਕ ਹੈ ਜੀ, ਤੇ ਦੋਸਤੋ ਉਸ ਤੋਂ ਬਾਅਦ ਹੈਗਾ ਕਿ ਹਰੇਕ 7ਵਾਂ ਪੁਆਇੰਟ ਹਰੇਕ ਸ਼ਬਦ ਨੂੰ ਬਾਹਰ ਤੋਂ ਸਪੇਸ ਛੱਡਣ। ਠੀਕ ਹੈ ਜੀ, ਤਾਂ ਦੋਸਤੋ ਦੇਖੋ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਜਿਹੜੇ ਸ਼ਬਦਾਂ ਨੂੰ ਸਹੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਇੱਕੋ ਲਾਈਨ ਵਿੱਚ 10 ਸ਼ਬਦਾਂ ਵਿੱਚ ਨਿਚੋੜ ਨਾ ਕਰੋ। ਪ੍ਰੀਖਿਅਕ ਨੂੰ ਅਜਿਹੇ ਠੀਕ ਹੈ ਜੀ ਓਵਰਲੈਪਡ ਸ਼ਬਦਾਂ ਦੀ ਪੜ੍ਹਨਾ ਮੁਸ਼ਕਿਲ ਹੋਵੇਗਾ। ਠੀਕ ਹੈ ਜੀ, ਹੁਣ ਦੋਸਤੋ ਘੱਟ ਤੋਂ ਘੱਟ ਦੋਸਤੋ ਸਿੰਪਲ ਲਾਈਨਾਂ ਦੇ ਵਿੱਚ ਲਿਖਣਾ ਵਾ। ਠੀਕ ਹੈ ਜੀ, ਇਹ ਨਹੀਂ ਕਿ ਦੋਸਤੋ ਇੱਕ ਹੀ ਲਾਈਨ ਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਲਿਖ ਰਹੇ ਹੋ, ਪੁਆਇੰਟ ਵਾਈਜ਼ ਲਿਖ ਸਕਦੇ ਹੋ ਜਾਂ ਇੱਕ ਲਾਈਨ ਠੀਕ ਹੈ ਜੀ ਛੋਟੇ ਲਾਈਨਾਂ ਦੇ ਵਿੱਚ ਲਿਖ ਸਕਦੇ ਹੋ, ਤਾਂ ਜੋ ਵਿਦਿਆਰਥੀ ਨੂੰ ਈਜ਼ੀ ਲੈਂਗੁਏਜ ਦੇ ਵਿੱਚ ਈਜ਼ੀ ਲਾਈਨ ਦੇ ਵਿੱਚ ਲਿਖੋ, ਤਾਂ ਜੋ ਜਿਹੜਾ ਪੇਪਰ ਚੈੱਕ ਕਰੇਗਾ ਨਾ ਉਸ ਨੂੰ ਵੀ ਹਾਂ ਵੀ ਵਧੀਆ ਲੱਗੇ ਕਿ ਹਾਂ ਈਜ਼ੀ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਵਾ। ਠੀਕ ਹੈ ਜੀ, ਇਹ ਨਹੀਂ ਕਿ ਤੁਸੀਂ ਹੋਰ ਹੀ ਕੁਝ ਇੱਕ ਹੀ ਲਾਈਨ ਦੇ ਵਿੱਚ ਘਾਸਾ ਮੂਸਾ ਕਰੀ ਜਾ ਰਹੇ ਹੋ। ਠੀਕ ਹੈ ਜੀ, ਇਹ ਨਹੀਂ ਚੱਲੂਗਾ, ਪੁਆਇੰਟ ਦੇ ਵਿੱਚ ਲਿਖ ਦੋਗੇ ਤਾਂ ਹੋਰ ਜ਼ਿਆਦਾ ਬੈਟਰ ਆ। ਠੀਕ ਹੈ ਜੀ, ਇਹ ਤੁਹਾਡੇ ਗ੍ਰੇਡ ਵਿੱਚ ਗਿਰਾਵਟ ਦਾ ਕਾਰਨ ਹੋ ਸਕਦਾ ਹੈ। ਠੀਕ ਹੈ ਜੀ, ਇਸ ਲਈ ਦੋਸਤੋ ਤੁਹਾਡਾ ਕਾਗਜ਼ ਸਾਫ਼ ਸੁਥਰਾ ਦਿਖਣਾ ਚਾਹੀਦਾ ਹੈ। ਜਵਾਬ ਬਿੰਦੂਆਂ ਵਿੱਚ ਲਿਖਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਇੱਥੇ ਇੱਕ ਬਿੰਦੂ ਪਾ ਦਿੱਤੀ ਫਿਰ ਅਗਲਾ ਲਾਈਨ ਸਟਾਰਟ ਹੋ ਜਾਂਦਾ ਵਾ ਨਾ, ਇਸੇ ਤਰ੍ਹਾਂ ਦੋਸਤੋ 2-3 ਲਾਈਨਾਂ ਬਣਾ ਕੇ ਲਿਖੋ। ਠੀਕ ਹੈ ਜੀ, ਆਪਣੇ ਜਵਾਬ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬਿੰਦੂਆਂ ਦਾ ਇਸਤੇਮਾਲ ਕਰੋ, ਜਿਵੇਂ ਐਵੇਂ। ਠੀਕ ਹੈ ਜੀ, ਛੋਟੀ ਲਾਈਨਾਂ ਬਣਾ ਕੇ ਲਿਖੋਗੇ ਤਾਂ ਦੋਸਤੋ ਤੁਹਾਡਾ ਹੀ ਫਾਇਦਾ ਵਾ। ਠੀਕ ਹੈ ਜੀ, ਤੇ ਸਾਰੇ ਵਾਕ ਇਕੱਠੇ ਕਰਨ ਤੋਂ ਪਰਹੇਜ਼ ਕਰੋ। ਠੀਕ ਹੈ ਜੀ, ਜਿਵੇਂ ਕਿ ਇੱਕ ਹੀ ਲਾਈਨ ਦੇ ਵਿੱਚ ਸਾਰਾ ਕੁਝ ਨਾ ਲਿਖੋ, ਹਰੇਕ ਲਾਈਨ ਨੂੰ ਜਿਵੇਂ ਕਿ ਹਰੇਕ ਲਾਈਨ ਬਣਾਉਣ ਦੀ ਕੋਸ਼ਿਸ਼ ਕਰੋ ਛੋਟੇ ਲਾਈਨਾਂ ਦੇ ਵਿੱਚ, ਤੇ ਹਰੇਕ ਪ੍ਰਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਘੱਟੋ ਘੱਟ 2 ਲਾਈਨਾਂ ਛੱਡੋ। ਠੀਕ ਹੈ ਜੀ, ਅਜਿਹਾ ਕਰਨ ਨਾਲ ਦੋਸਤੋ ਤੁਹਾਨੂੰ ਬਾਅਦ ਵਿੱਚ ਵੀ ਮਦਦ ਮਿਲੇਗੀ ਜਦੋਂ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਆਪਣੇ ਜਵਾਬ ਵਿੱਚ ਕੁਝ ਸ਼ਾਮਿਲ ਕਰਨਾ ਚਾਹੁੰਦੇ ਹੋ। ਠੀਕ ਹੈ ਜੀ, ਇਹ ਤੁਹਾਨੂੰ ਤੁਹਾਡੀ ਜਵਾਬ ਸਕ੍ਰਿਪਟ ਨੂੰ ਗੜਬੜਾਉਣ ਤੋਂ ਬਚਾਏਗਾ। ਠੀਕ ਹੈ ਜੀ, ਅਗਰ ਕਈ ਵਾਰੀ ਵਿੱਚ ਕੁਝ ਵਰਡਿੰਗ ਰਹਿ ਜਾਂਦੀ ਆ ਤਾਂ ਦੋਸਤੋ ਅਗਰ ਤੁਸੀਂ ਥੋੜਾ ਜਿਹਾ ਖੁੱਲਾ ਲਿਖ ਲਓਗੇ, ਠੀਕ ਹੈ ਜੀ, ਸਪੇਸ ਛੱਡ ਕੇ, ਠੀਕ ਹੈ ਜੀ, ਇੱਕ ਲਾਈਨ ਛੱਡ ਕੇ, ਤਾਂ ਦੋਸਤੋ ਤੁਹਾਨੂੰ ਹੀ ਫਾਇਦਾ ਵਾ। ਠੀਕ ਹੈ ਜੀ, ਤਾਂ ਦੋਸਤੋ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਵਾ ਕਿ ਬੋਰਡ ਦੇ ਇਮਤਿਹਾਨ ਵਿੱਚ ਉਚਿਤ ਜਵਾਬ ਲਿਖਣ ਲਈ ਮਹੱਤਵਪੂਰਨ ਸੁਝਾਵਾਂ ਤੇ ਇੱਕ ਝਾਤ ਮਾਰੋ। ਕਿਸੇ ਖਾਸ ਪ੍ਰਸ਼ਨ ਨੂੰ ਦੋਸਤੋ ਨਿਰਧਾਰਿਤ ਕੀਤੇ ਗਏ ਨਿਸ਼ਾਨਾਂ ਅਨੁਸਾਰ ਸ਼ਬਦਾਂ ਦੀ ਵਰਤੋਂ ਕਰੋ। ਸਿਰਫ ਆਪਣੇ ਜਵਾਬ ਦੀ ਲੰਬਾਈ ਵਧਾਉਣ ਲਈ ਨਾ ਲਿਖੋ। ਠੀਕ ਹੈ ਜੀ, ਇਸ ਦੇ ਬਜਾਏ ਕਿ ਸਹੀ ਜਿਹੜੇ ਵਰਡਸ ਨੇ ਠੀਕ ਹੈ ਜੀ ਉਹਨਾਂ ਦੀ ਵਰਤੋਂ ਕਰਕੇ ਆਪਣੇ ਜਵਾਬ ਨੂੰ ਲਿਖੋ, ਤੇ ਆਪਣੇ ਉੱਤਰ ਦੀ ਜਿਹੜੀ ਕੁਆਲਿਟੀ ਹੈ ਠੀਕ ਹੈ ਜੀ ਉਸ ਨੂੰ ਵਧਾਉਣ ਦੇ ਲਈ ਜਿਹੜਾ ਸੰਖੇਪ ਸ਼ਬਦਾਂ ਦੀ ਵਰਤੋਂ ਕਰੋ। ਠੀਕ ਹੈ ਜੀ, ਜਿਹੜੇ ਵਧੀਆ ਵਰਡਸ ਹੁੰਦੇ ਨੇ ਠੀਕ ਹੈ ਜੀ ਉਸ ਦੀ ਵਰਤੋਂ ਕਰੋ ਆਪਣੇ ਪੇਪਰ ਦੇ ਵਿੱਚ। ਠੀਕ ਹੈ ਜੀ, ਫालतू ਦੇ ਵਰਡਸ ਨਾ ਲਿਖੋ, ਜੋ ਮੇਨ ਰੈਲੀਵੈਂਟ ਆ ਉਹੀ ਲਿਖੋ। ਸ਼ਬਦਾਂ ਦੇ ਛੋਟੇ ਰੂਪਾਂ ਦੀ ਵਰਤੋਂ ਨਾ ਕਰੋ, ਜਿਵੇਂ ਨਾ ਕਰੋ, ਨਾ ਕਰ ਸਕਦੇ ਹੋ, ਨਹੀਂ ਕਰ ਸਕਦੇ ਹੋ ਆਦਿ ਨਹੀਂ। ਠੀਕ ਹੈ ਜੀ, ਤੇ ਆਪਣੇ ਜਵਾਬ ਦੀ ਵਿਆਖਿਆ ਕਰਨ ਲਈ ਆਮ ਅਤੇ ਸਰਲ ਸ਼ਬਦਾਂ ਦੀ ਵਰਤੋਂ ਕਰੋ। ਠੀਕ ਹੈ ਜੀ, ਆਪਣੇ ਜਵਾਬ ਨੂੰ ਦੋਸਤੋ ਸਜਾਓ ਨਾ, ਬਸ ਇਸ ਤਰੀਕੇ ਨਾਲ ਲਿਖੋ ਕਿ ਇਹ ਆਸਾਨੀ ਨਾਲ ਪੜ੍ਹਨ ਯੋਗ ਹੋਣ, ਅਤੇ ਆਪਣੇ ਸ਼ਬਦਾਂ ਨੂੰ ਦੋਸਤੋ ਸਹੀ ਢੰਗ ਨਾਲ ਬਾਹਰ ਕੱਢੋ ਅਤੇ ਉੱਤੇ ਲਿਖਣ ਤੋਂ ਪਰਹੇਜ਼ ਕਰੋ। ਠੀਕ ਹੈ ਜੀ, ਤੇ ਦੋਸਤੋ ਚਿੱਤਰਾਂ ਨੂੰ ਵਧੇਰੇ ਆਕਰਸ਼ਿਤ ਅਤੇ ਅਰਥ ਪੂਰਨ ਬਣਾਉਣ ਲਈ ਆਪਣੇ ਜਵਾਬ ਵਿੱਚ ਚਿੱਤਰ ਦੀ ਵਰਤੋਂ ਕਰੋ। ਠੀਕ ਹੈ ਜੀ, ਡਾਇਗਰਾਮ ਵਗੈਰਾ ਬਣਾ ਸਕਦੇ ਹੋ, ਫਲੋ ਚਾਰਟ ਵਗੈਰਾ। ਠੀਕ ਹੈ ਜੀ, ਪੇਪਰਾਂ ਦੇ ਵਿੱਚ। ਤੇ ਅੱਗੋਂ ਦੋਸਤੋ ਹੈਗਾ ਕਿ ਘਬਰਾਓ ਨਾ, ਧਿਆਨ ਕੇਂਦਰਿਤ ਰਹੋ। ਤੁਹਾਡੇ ਲਈ ਦੋਸਤੋ ਸਭ ਕੁਝ ਜਾਣਨਾ ਹਮੇਸ਼ਾ ਸਪਸ਼ਟ ਨਹੀਂ ਹੁੰਦਾ। ਕੁਝ ਪ੍ਰਸ਼ਨ ਹੋ ਸਕਦੇ ਹਨ ਜੋ ਤੁਹਾਨੂੰ ਦੋਸਤੋ ਤੁਹਾਡੀ ਜਾਣਕਾਰੀ ਤੋਂ ਪਰੇ ਮਿਲਦੇ ਹਨ। ਠੀਕ ਹੈ ਜੀ, ਜਿਵੇਂ ਕਿ ਆਊਟ ਆਫ ਸਿਲੇਬਸ। ਬਾਕੀ ਦੋਸਤੋ ਇਸ ਤਰ੍ਹਾਂ ਦੇ ਪ੍ਰਸ਼ਨ ਆ ਜਾਂਦੇ ਹਨ ਜੋ ਕਿ ਤੁਸੀਂ ਪੜ੍ਹੇ ਨਹੀਂ ਹੁੰਦੇ। ਠੀਕ ਹੈ ਜੀ, ਤਾਂ ਦੋਸਤੋ ਅਜਿਹੇ ਸਮੇਂ ਘਬਰਾਓ ਨਾ ਜਾਂ ਡਰੋ ਨਾ। ਠੀਕ ਹੈ ਜੀ, ਕਿਉਂਕਿ ਇਹ ਤੁਹਾਡੇ ਦਿਮਾਗ ਨੂੰ ਇਸ ਨੂੰ ਖਾਲੀ ਬਣਾਉਣ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਦੋਸਤੋ ਇਸ ਤਰੀਕੇ ਨਾਲ ਤੁਸੀਂ ਉਹਨਾਂ ਪ੍ਰਸ਼ਨਾਂ ਦੇ ਜਵਾਬ ਦੇ ਯੋਗ ਵੀ ਨਹੀਂ ਹੋਵੋਗੇ ਜੋ ਤੁਸੀਂ ਮੁੱਢਲੇ ਤੌਰ ਤੇ ਜਾਣਦੇ ਸੀ। ਸਮਝਦਾਰੀ ਨਾਲ ਸੋਚੋ ਅਤੇ ਸ਼ਾਂਤੀ ਨਾਲ ਕੇਂਦਰਿਤ ਰੱਖੋ। ਠੀਕ ਹੈ ਜੀ, ਘਬਰਾਓ ਨਾ ਦੋਸਤੋ। ਅਗਰ ਕੋਈ ਪ੍ਰਸ਼ਨ ਤੁਹਾਨੂੰ ਨਹੀਂ ਆਉਂਦਾ ਤੇ ਉਸ ਤੋਂ ਥੋੜਾ ਜਿਹਾ ਧਿਆਨ ਕੇਂਦਰਿਤ ਕਰੋ ਤੇ ਆਪਣੇ ਕੋਲੋਂ ਦੋਸਤੋ ਠੀਕ ਹੈ ਜੀ ਤੁਸੀਂ ਉਸ ਨੂੰ ਆਪਣੇ ਵਰਡਿੰਗ ਦੇ ਵਿੱਚ ਲਿਖ ਸਕਦੇ ਹੋ, ਅਗਰ ਦੋਸਤੋ ਤੁਸੀਂ ਵੀ ਥੋੜਾ ਮੋਟਾ ਵੀ ਉਸ ਦੇ ਬਾਰੇ ਪੜ੍ਹਿਆ ਵਾ। ਠੀਕ ਹੈ ਜੀ, ਪਰ ਫਜ਼ੂਲ ਦਾ ਨਹੀਂ, ਕੁਝ ਰੈਲੀਵੈਂਟ ਹੀ ਲਿਖਿਓ। ਅਗਰ ਦੋਸਤੋ ਤੁਸੀਂ ਉਸ ਦੇ ਨਾਲ ਮਿਲਦਾ ਜੁਲਦਾ ਵੀ ਕੁਝ ਲਿਖ ਦੋਗੇ ਤੁਹਾਨੂੰ ਪੱਕਾ ਮਾਰਕਸ ਮਿਲਣਗੇ। ਠੀਕ ਹੈ ਜੀ, ਜੋ ਤੁਹਾਨੂੰ ਪ੍ਰਸ਼ਨ ਨਹੀਂ ਆਉਂਦਾ ਉਸਦੇ, ਬਾਕੀ ਜੋ ਆਉਂਦਾ ਤਾਂ ਉਸ ਨੂੰ ਤਾਂ ਚੰਗੀ ਤਰ੍ਹਾਂ ਲਿਖਣਾ ਹੀ ਆ। ਠੀਕ ਹੈ ਜੀ, ਤਾਂ ਦੋਸਤੋ ਤੁਹਾਡੇ ਕੋਲ ਸਾਰੇ ਪ੍ਰਸ਼ਨਾਂ ਦੇ ਜਵਾਬ ਅਤੇ ਸੋਚਣ ਅਤੇ ਫਰੇਮ ਕਰਨ ਲਈ ਕਾਫੀ ਸਮਾਂ ਹੋਵੇਗਾ। ਆਪਣਾ ਆਪ ਨੂੰ ਪੂਰੇ ਵਿਸ਼ਵਾਸ ਨਾਲ ਉਤਸ਼ਾਹਿਤ ਕਰਨ ਲਈ ਤੁਹਾਨੂੰ ਸਮਝਦਾਰੀ ਨਾਲ ਕੰਮ ਕਰਨ ਦੀ ਲੋੜ ਹੈ। ਓਕੇ ਦੋਸਤੋ, ਤੇ 9ਵਾਂ ਪੁਆਇੰਟ ਤੇ ਆਖਰੀ ਪੁਆਇੰਟ ਆਪਣਾ ਹੈਗਾ ਵਾ ਕਿ ਆਪਣੀ ਉੱਤਰ ਸ਼ੀਟ ਦੀ ਜਾਂਚ ਕਰੋ। ਹੁਣ ਆਉਂਦਾ ਆਖਰੀ ਗੱਲ ਕਿ ਤੁਹਾਡੇ ਦੁਆਰਾ ਪੇਪਰ ਪੂਰਾ ਕਰਨ ਤੋਂ ਬਾਅਦ ਠੀਕ ਹੈ ਜੀ ਆਪਣੀ ਉੱਤਰ ਸ਼ੀਟ ਦੀ ਜਾਂਚ ਕਰੋ।
ਭੁੱਲੋ ਨਾ ਭੁੱਲੋ, ਠੀਕ ਹੈ ਜੀ। ਇਹ ਵੀ ਘੱਟੋ ਘੱਟ 2 ਵਾਰ ਜਾਂਚ ਕਰੋ, ਠੀਕ ਹੈ ਜੀ, ਕਿ ਤੁਸੀਂ ਕੀ ਲਿਖਿਆ ਹੈ, ਠੀਕ ਹੈ ਜੀ। ਆਪਣੇ ਜਿਹੜਾ ਵੀ ਤੁਸੀਂ ਪੇਪਰ ਕੀਤਾ ਵਾ, ਠੀਕ ਹੈ ਜੀ, ਉਸ ਦੀ ਇੱਕ ਵਾਰੀ ਜਾਂਚ ਕਰ ਲਵੋ, ਸਾਰਾ ਕੁਝ ਇੱਕ ਵਾਰੀ, ਠੀਕ ਹੈ ਜੀ, ਦੇਖ ਲਵੋ ਕਿ ਹਾਂ ਬਈ ਮੈਂ ਕਿਤੇ ਵਰਡਿੰਗ ਮਿਸਟੇਕ ਤਾਂ ਨਹੀਂ ਕੀਤੀ, ਠੀਕ ਹੈ, ਕੋਈ ਫालतू ਦੀ ਲਾਈਨ ਤਾਂ ਨਹੀਂ ਵੱਜ ਗਈ, ਠੀਕ ਹੈ ਜੀ, ਕਿਤੇ ਟਿੱਪੀ ਕਾਲਮ ਵਗੈਰਾ ਗਲਤ ਤਾਂ ਨਹੀਂ ਪਾ ਦਿੱਤਾ। ਆ ਤੁਸੀਂ ਆਪਣਾ ਪੇਪਰ ਜਦੋਂ ਹੋ ਗਿਆ ਤੁਹਾਡਾ, ਠੀਕ ਹੈ ਜੀ, ਤਾਂ ਇਹ ਤੁਸੀਂ ਦੇਖੋ ਇਸ ਤਰ੍ਹਾਂ ਦਾ। ਅਸੀਂ ਬੇਵਕੂਫੀਆਂ ਗਲਤੀਆਂ ਵੇਖ ਲੈਂਦੇ ਹਾਂ ਜਿਹੜੀਆਂ ਬਿਨਾਂ ਜਾਂਚ ਕੀਤੇ ਛੱਡੀਆਂ ਜਾਂਦੀਆਂ। ਜੇ ਜਾਂਚ ਨਾ ਕੀਤੀਆਂ ਜਾਂਦੀਆਂ ਤਾਂ ਜਾਂਚ ਕਰੋ ਕਿ ਤੁਸੀਂ ਕੋਈ ਪ੍ਰਸ਼ਨ ਨਹੀਂ ਛੱਡਿਆ, ਠੀਕ ਹੈ ਜੀ। ਕਈ ਵਾਰੀ ਅਸੀਂ ਪ੍ਰਸ਼ਨ ਵੀ ਛੱਡ ਦਿੰਦੇ ਹਾਂ, ਕੋਈ ਪਤਾ ਨਹੀਂ ਲੱਗਦਾ ਹੁੰਦਾ ਗਲਤੀ ਦੇ ਨਾਲ, ਤਾਂ ਇਸ ਲਈ ਜਾਂਚ ਕਰਨਾ ਜ਼ਰੂਰੀ ਹੈ, ਠੀਕ ਹੈ ਜੀ। ਇਹ ਵੀ ਧਿਆਨ ਰੱਖੋ ਕਿ ਤੁਸੀਂ ਆਪਣਾ ਪ੍ਰੀਖਿਆ ਕਰਤਾ ਨੂੰ ਸ਼ੀਟ ਛਾਪਣ ਤੋਂ ਪਹਿਲਾਂ ਆਪਣਾ ਜਿਹੜਾ ਰੋਲ ਨੰਬਰ ਆ, ਠੀਕ ਹੈ ਜੀ, ਉਸ ਨੂੰ ਚੰਗੀ ਤਰ੍ਹਾਂ ਅਤੇ ਸਹੀ ਤਰੀਕੇ ਨਾਲ ਲਿਖਿਆ ਹੈ ਕਿ ਨਹੀਂ, ਠੀਕ ਹੈ ਜੀ। ਨੇਮ ਵਗੈਰਾ ਤੇ ਰੋਲ ਨੰਬਰ ਵਗੈਰਾ ਤੁਸੀਂ ਆਪਣਾ ਸਹੀ ਤਰੀਕੇ ਨਾਲ ਲਿਖਿਆ ਹੈ ਕਿ ਨਹੀਂ, ਕਿਉਂਕਿ ਦੋਸਤੋ ਉਹ ਮੇਨ ਤੇ ਪ੍ਰਾਇਮਰੀ ਚੀਜ਼ ਆ ਜੋ ਕਿ ਦੋਸਤੋ ਅੱਗੇ ਦੋਸਤੋ ਜਾ ਕੇ ਤੁਹਾਡੇ ਪੇਪਰ ਚੈੱਕ ਹੋਣੇ ਨੇ ਤਾਂ ਉਹਦੇ ਹੀ ਰਾਹੀਂ ਹੋਣਗੇ। ਇਸ ਲਈ ਆਪਣਾ ਨੇਮ ਰੋਲ ਨੰਬਰ ਵਗੈਰਾ ਸਾਰਾ ਸਹੀ ਤਰੀਕੇ ਨਾਲ ਭਰਿਓ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੋਸਤੋ ਹੈਗਾ ਕਿ ਇਹ ਮਹੱਤਵਪੂਰਨ ਤਕਨੀਕਾਂ ਜੇ ਤੁਹਾਡੇ ਜਵਾਬਾਂ ਨੂੰ ਤਿਆਰ ਕਰਦੇ ਸਮੇਂ ਸਹੀ ਢੰਗ ਨਾਲ ਲਾਗੂ ਕੀਤੀਆਂ ਜਾਂਦੀਆਂ ਹਨ, ਇਹ ਯਕੀਨੀ ਤੌਰ ਤੇ ਦੋਸਤੋ ਤੁਹਾਡੀ ਬੋਰਡ ਪ੍ਰੀਖਿਆਵਾਂ 2021 ਨੂੰ, ਠੀਕ ਹੈ ਜੀ, ਸਰਬੋਤਮ ਅੰਕ ਸੁਰੱਖਿਅਤ ਕਰਨ ਵਿੱਚ ਤੁਹਾਡੀ ਮਦਦ ਕਰਨਗੀਆਂ। ਇਹ ਤਕਨੀਕਾਂ ਤੁਹਾਨੂੰ ਸਮੇਂ ਦੇ ਸੀਮਾਵਾਂ ਵਿੱਚ ਤੁਹਾਡੇ ਕਾਗਜ਼ ਨੂੰ ਪੂਰਾ ਕਰਨ ਵਿੱਚ ਸਹਾਇਤਾ ਵੀ ਕਰਨਗੀਆਂ। ਨਤੀਜੇ ਬਾਰੇ ਦੋਸਤੋ ਚਿੰਤਿਤ ਹੋਏ ਬਿਨਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੋ, ਠੀਕ ਹੈ ਜੀ। ਤਾਂ ਦੋਸਤੋ ਦੇਖੋ, ਜਦੋਂ ਤੁਸੀਂ ਸਾਰਾ ਕੁਝ ਕਰ ਦੋਗੇ ਤਾਂ ਦੋਸਤੋ ਤੁਸੀਂ ਆਪਣਾ ਬੈਸਟ ਹੀ ਦਿੱਤਾ ਹੋਣਾ ਵਾ, ਠੀਕ ਹੈ ਜੀ। ਤੇ ਆਹ ਨਾ ਸੋਚੋ ਕਿ ਹੁਣ ਮੇਰਾ ਰਿਜ਼ਲਟ ਕੀ ਆਊ, ਠੀਕ ਹੈ ਜੀ। ਤੇ ਦੋਸਤੋ ਜਦੋਂ ਤੁਹਾਡਾ ਰਿਜ਼ਲਟ ਆਊ, ਜੋ ਤੁਸੀਂ ਕੀਤਾ ਹੋਣਾ ਦੋਸਤੋ ਉਹੀ ਤੁਹਾਡਾ ਰਿਜ਼ਲਟ ਆਊਗਾ, ਠੀਕ ਹੈ ਜੀ। ਜਿੰਨੀ ਤੁਸੀਂ ਕਰਕੇ ਆਏ ਹੋ, ਜਿੰਨਾ ਤੁਸੀਂ ਮਿਹਨਤ ਕੀਤਾ ਸੀ, ਠੀਕ ਹੈ ਜੀ, ਉਹੀ ਤੁਹਾਨੂੰ ਦੇਖਣ ਨੂੰ ਮਿਲੇਗਾ। ਤਾਂ ਦੋਸਤੋ ਇਹ ਸੀਗਾ ਦੋਸਤੋ ਤੁਹਾਡੇ 10ਵੀਂ ਅਤੇ 12ਵੀਂ ਵਾਲਿਆਂ ਦੇ ਲਈ 9 ਪੁਆਇੰਟ, ਕੁਝ ਇੰਪੋਰਟੈਂਟ ਗੱਲਾਂ, ਠੀਕ ਹੈ ਜੀ, ਜੋ ਕਿ ਤੁਸੀਂ ਚੇਤੇ ਰੱਖਣੀਆਂ ਨੇ ਬੋਰਡ ਦਾ ਪੇਪਰ ਦੇਣ ਵਕਤ 2021 ਵਿੱਚ ਵਧੀਆ ਜਵਾਬ ਕਿਵੇਂ ਲਿਖਣਾ ਵਾ, ਠੀਕ ਹੈ ਜੀ। ਇਹ ਗੱਲਾਂ ਚੇਤੇ ਰੱਖੋ ਤਾਂ ਦੋਸਤੋ ਤੁਸੀਂ ਬੜੇ ਹੀ ਵਧੀਆ ਨਾਲ ਪਾਸ ਹੋਵੋਗੇ। ਤਾਂ ਦੋਸਤੋ ਕੋਈ ਵੀ ਤੁਹਾਨੂੰ ਫੇਲ ਕਰਨ ਦੇ ਯੋਗ ਨਹੀਂ ਹੋਵੇਗਾ, ਠੀਕ ਹੈ ਜੀ, ਅਗਰ ਦੋਸਤੋ ਤੁਸੀਂ ਇਹ ਗੱਲਾਂ ਨੂੰ ਚੇਤੇ ਰੱਖੋਗੇ। ਤਾਂ ਦੋਸਤੋ ਇਹ ਸੀਗਾ ਤੁਹਾਡੇ 10ਵੀਂ ਅਤੇ 12ਵੀਂ ਦੇ ਲਈ ਜਿਨ੍ਹਾਂ ਨੇ ਪੇਪਰ ਦੇਣੇ ਆ 10ਵੀਂ ਅਤੇ 12ਵੀਂ ਦੇ ਮਾਰਚ ਅਪ੍ਰੈਲ 2021 ਦੇ ਵਿੱਚ। ਓਕੇ ਦੋਸਤੋ, ਬਾਕੀ ਕੋਈ ਕੁਐਰੀ ਆ ਤੁਸੀਂ ਮੈਨੂੰ ਇੰਸਟਾ ਤੇ ਫੋਲੋ ਕਰ ਸਕਦੇ ਹੋ। ਮੇਰਾ ਇੰਸਟਾਗ੍ਰਾਮ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ, ਤੁਸੀਂ ਮੈਨੂੰ ਉੱਥੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਤੇ ਉੱਥੇ ਦੋਸਤੋ ਤੁਹਾਡਾ ਪ੍ਰੋਪਰ ਰਿਪਲਾਈ ਕੀਤਾ ਜਾਏਗਾ। ਓਕੇ ਦੋਸਤੋ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ।